जी मैं जाचक दर आया खाली मोड़ी ना, 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 मैं जाचक दर आया, मैं जाचक दर आया, ओ वाहिगुरु मैं जाचक दर आया, 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 हाँ जी मैं जाचक दर आया खाली मोड़ी ना, 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 जाचक मंगै दान देह प्यारिया, देवनहार दातार मैं नित चितारिया, सत्कारयोग गुरां की सजी और नवाजी हुई साध संगत जी, ਅੰਮ੍ਰਿਤ ਵੇਲੇ ਦਾ ਸਮਾਂ ਹਜੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ, ਕਿਰਪਾ ਕੀਤੀ ਹੈ। ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਸਾਰੇ ਜੀਵਾਂ ਉੱਤੇ ਪਰਮਾਤਮਾ ਨੇ ਬਖਸ਼ਿਸ਼ ਕੀਤੀ ਹੈ, ਕਿਰਪਾ ਕੀਤੀ ਹੈ। ਕਿਸੇ ਨੂੰ ਪਰਮਾਤਮਾ ਨੇ ਅੰਮ੍ਰਿਤ ਵੇਲੇ ਜਾਗਰਤਾ ਦੀ ਦਾਤ ਦਿੱਤੀ ਹੈ, ਪਰ ਮਹਾਰਾਜ ਕਹਿੰਦੇ ਕਿ ਇੱਕ ਮਨੁੱਖ ਹੈ ਜਿਹਨੂੰ ਇੰਨੀ ਸੋਝੀ ਹੁੰਦਿਆਂ ਹੋਇਆਂ ਫਿਰ ਵੀ ਇਹ ਪਰਮਾਤਮਾ ਦਾ ਨਾਮ ਜਿਹੜਾ ਜਪ ਕੇ ਖੁਸ਼ ਨਹੀਂ ਹੈ, ਰਾਜੀ ਨਹੀਂ ਹੈ ਭਾਵ। ਪਰ ਪੰਛੀ ਉੱਡਣ ਵਾਲੇ ਉਹਨਾਂ ਨੂੰ ਪਰਮਾਤਮਾ ਨੇ ਸੋਝੀ ਦੇ ਦਿੱਤੀ, ਬਖਸ਼ਿਸ਼ ਕਰ ਦਿੱਤੀ ਉਹਨਾਂ ਦੇ ਉੱਤੇ। ਮਹਾਰਾਜ ਜੀ ਕਹਿੰਦੇ, ਭਗਤ ਕਬੀਰ ਜੀ ਕਹਿੰਦੇ, ਉਹਨਾਂ ਤੋਂ ਮੈਂ ਬਲਿਹਾਰੀ ਜਾਂਦਾ, ਕਿਹਨਾਂ ਤੋਂ? ਮਨੁੱਖ ਨੂੰ ਨਹੀਂ ਕਿਹਾ ਵੀ ਮੈਂ ਇਹਨਾਂ ਤੋਂ ਬਲਿਹਾਰੀ ਜਾਂਦਾ ਹਾਂ। ਕਹਿੰਦੇ ਮੈਂ ਉਹਨਾਂ ਪੰਛੀਆਂ ਤੋਂ ਬਲਿਹਾਰੀ ਜਾਂਦਾ ਹਾਂ, ਬਾਰੇ ਬਾਰੇ ਜਾਂਦਾ ਹੈ, ਜਿਨ੍ਹਾਂ ਕੋਲ ਰਹਿਣ ਵਾਸਤੇ ਘਰ ਵੀ ਨਹੀਂ ਹੈ, ਪਾਉਣ ਵਾਸਤੇ ਕੱਪੜੇ ਵੀ ਨਹੀਂ ਹੈ। ਭਗਤ ਕਬੀਰ ਜੀ ਕਹਿੰਦੇ ਉਹਨਾਂ ਤੋਂ ਮੈਂ ਬਾਰੀ ਬਾਰੀ ਬਲਿਹਾਰੀ ਜਾਂਦਾ ਹੈ। ਆਪਣੀ ਬਾਣੀ ਅੰਦਰ ਫਰਮਾਨ ਕਰ ਦੇਣ, ਹਉ ਬਲਿਹਾਰੀ ਤਿਨ ਪੰਖੀਆਂ ਜੰਗਲ ਜਿੰਨਾ ਬਾਸ। ਮਹਾਰਾਜ ਜੀ ਕਹਿੰਦੇ ਉਹਨਾਂ ਪੰਛੀਆਂ ਤੋਂ ਮੈਂ ਬਲਿਹਾਰੀ ਜਾਂਦਾ ਹਾਂ। ਦੇਖੋ ਵਿਚਾਰੇ ਕਰਦੇ ਕੀ ਨੇ, ਕੰਕਰ ਚੋਗਣ ਥਲ ਵਸਨ ਰੱਬ ਨ ਛੋਡਣ ਪਾਸ।
ਕੰਕਰ ਰੋੜੇ ਚੁਗ ਕੇ। ਜੇ ਕੁਝ ਮਿਲ ਗਿਆ ਛਕ ਲਿਆ, ਤੇ ਨਹੀਂ ਫਿਰ ਉਸੇ ਤਰ੍ਹਾਂ ਹੀ ਪੈ ਜਾਂਦੇ ਨੇ, ਉਜੋ ਨਹੀਂ ਕਰਦੇ। ਭਾਵ ਰੱਬ ਦੇ ਉੱਤੇ ਕੋਈ ਗਿਲਾ ਨਹੀਂ ਕਰਦੇ ਹੈ ਵੀ ਤੈਂ ਸਾਨੂੰ ਮੁਕਾਰ ਨਹੀਂ ਦਿੱਤਾ, ਤੈਂ ਸਾਨੂੰ ਪਾਉਣ ਵਾਸਤੇ ਕੱਪੜੇ ਨਹੀਂ ਦਿੱਤੇ ਹੈ। ਦਰਖਤ ਉੱਤੇ ਰਾਤ ਕੱਟੀ, ਅਗਲੇ ਦਰਖਤ ਉੱਤੇ ਚਲੇ ਜਾਂਦੇ ਨੇ। ਹੁਣ ਦੂਸਰੇ ਪਾਸੇ ਮਨੁੱਖ ਦਾ ਖਿਆਲ ਸਮਝਿਓ, ਸਭ ਕੁਝ ਪਾ ਕੇ ਵੀ ਮਨੁੱਖ ਫਿਰ ਵੀ ਕਹਿੰਦਾ ਹਾਏ ਦੁਖੀ, ਹਾਏ ਦੁਖੀ। ਕਿਉਂ? ਇਹਦੇ ਕੋਲ ਵਿਚਾਰ ਨਹੀਂ ਹੈ। ਅੱਜ ਦੇ ਯੁੱਗ ਦੇ ਵਿੱਚ ਇੱਕ ਕੰਚਨ ਵਰਗੀ ਦਿਓਰੀ ਮਿਲ ਗਈ, ਮਕਾਨ ਜਿਹੜਾ ਛੱਤ ਥੱਲੇ ਮਨੁੱਖ ਰੋਜ਼ ਪੈਂਦਾ ਹੈ, ਧੀਆਂ ਪੁੱਤਰ ਨੇ, ਖਾਣ ਵਾਸਤੇ ਵਧੀਆ ਵਧੀਆ ਪਦਾਰਥ ਵੀ ਛਕਦਾ ਹੈ, ਪਰ ਕਿਤੇ ਉਸ ਪਰਮਾਤਮਾ ਦੇ ਬਲਿਹਾਰੇ ਨਹੀਂ ਗਿਆ, ਕਿਤੇ ਪਰਮਾਤਮਾ ਦਾ ਸ਼ੁਕਰ ਨਹੀਂ ਕੀਤਾ। ਨਾਲੇ ਦਿੰਦਾ ਸਭ ਨੂੰ ਪਤਾ ਹੈ। ਕਈ ਰੋਟੀ ਖਾਣ ਵੇਲੇ ਵਾਹਿਗੁਰੂ ਕਹਿਣਗੇ, ਕਈ ਛਕ ਕੇ ਜਦੋਂ ਉੱਠਦੇ ਨੇ ਉਦੋਂ ਵਾਹਿਗੁਰੂ ਕਹਿ ਦਿੰਦੇ ਨੇ। ਪਤਾ ਹੈ ਨਾਲੇ ਸਭ ਨੂੰ ਵੀ ਦੱਤਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਬਈ ਉਹ ਪਰਮਾਤਮਾ ਦੇਣਹਾਰ ਹੈ। ਪਰ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਮਨੁੱਖ ਫੇਰ ਵੀ ਉਸ ਰੱਬ ਦਾ ਸ਼ੁਕਰ ਕਰਕੇ ਨਹੀਂ ਰਾਜੀ ਹੈ। ਕਿਤੇ ਨਹੀਂ ਆ ਕੇ ਕਿਹਾ ਹੋਣਾ ਸੱਚੇ ਪਾਤਸ਼ਾਹ ਉਹ ਮੈਂ ਤਾਂ ਕੇਵਲ ਤੇ ਕੇਵਲ ਤੁਹਾਡਾ ਹੀ ਦਿੱਤਾ ਖਾਂਦਾ ਹਾਂ, ਹੋਰ ਮੈਨੂੰ ਕੌਣ ਹੈ ਦੇਣ ਵਾਲਾ। ਇਸ ਕਰਕੇ ਧੰਨ ਗੁਰੂ ਜੀ ਨੇ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ ਸਾਡੇ ਉੱਤੇ, ਸਭ ਕੁਝ ਦੇ ਦਿੱਤਾ। ਮਨੁੱਖ ਸੋਝੀ ਹੁੰਦਿਆਂ ਫਿਰ ਵੀ ਪਰਮਾਤਮਾ ਦਾ ਨਾਮ ਨਹੀਂ ਜਪਦਾ। ਪਰ ਅੰਮ੍ਰਿਤ ਵੇਲੇ ਪੰਛੀ ਦੇਖੋ ਦਰਖਤਾਂ ਦੇ ਉੱਤੇ ਬੈਠੇ ਨੇ, ਉਹ ਅੰਮ੍ਰਿਤ ਵੇਲੇ ਪਰਮਾਤਮਾ ਦਾ ਨਾਮ ਲੈਣ ਲੱਗ ਜਾਂਦੇ ਹਨ। ਪਰ ਮਹਾਰਾਜ ਜੀ ਕਹਿੰਦੇ ਨਾਮ ਬਿਹੂਣੇ ਆਦਮੀ ਧ੍ਰਿਗ ਜੀਵੈ ਕਰਮ ਕਰੇ। ਕਹਿੰਦੇ ਨਾਮ ਤੋਂ ਬਿਹੂਣੇ ਆਦਮੀਆਂ, ਉਹ ਤੈਨੂੰ ਤਰਕਾਰ ਪਾਉਂਦੀ ਹੈ ਬਾਣੀ ਅੰਮ੍ਰਿਤ ਵੇਲੇ। ਤੂੰ ਉਸ ਰੱਬ ਦਾ ਨਾਂ ਨਹੀਂ ਜਪਦਾ। ਤੈਨੂੰ ਜੀਭਾ ਦਿੱਤੀ ਹੈ ਜਪਣ ਵਾਸਤੇ, ਤੁਰਨ ਵਾਸਤੇ, ਦੋ ਪੈਰ ਦਿੱਤੇ ਨੇ, ਤੂੰ ਫੇਰ ਵੀ ਉਸ ਰੱਬ ਦਾ ਕਿਤੇ ਸ਼ੁਕਰ ਨਹੀਂ ਕੀਤਾ ਹੈ। ਇਸ ਕਰਕੇ ਜਿਹੜੇ ਦਾਤੇ ਦਾ ਸ਼ੁਕਰ ਕਰਦੇ ਨੇ ਅੱਜ ਫਿਰ ਉਹਨਾਂ ਦਾ ਨਾਮ ਲਿਆ ਜਾਂਦਾ ਹੈ, ਕਿਹਾ ਜਾਂਦਾ ਵੀ ਹਾਂ ਇਹਨਾਂ ਨੇ ਪਰਮਾਤਮਾ ਦਾ ਨਾਮ ਜਪਿਆ। ਜਿਹੜੇ ਆਹ ਦਿਨ ਚੱਲਦੇ ਨੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਪਾਕਿਸਤਾਨ ਦੀ ਧਰਤੀ ਦੇ ਉੱਤੇ, ਜਦੋਂ ਨਰੈਣੂ ਮਹੰਤਾਂ ਨੇ ਉੱਥੇ ਕਬਜ਼ਾ ਕਰ ਲਿਆ ਉਸ ਪਵਿੱਤਰ ਧਰਤੀ ਦੇ ਉੱਤੇ, ਉਸ ਕਬਜ਼ੇ ਨੂੰ ਜਿਹੜਾ ਫਿਰ ਖਾਲਸੇ ਨੇ ਜਦੋਂ ਬਹੁਤਾ ਜ਼ਿਆਦਾ ਨੀਚ ਕਰਮਾਂ ਦੇ ਉੱਤੇ ਉਤਰਿਆ ਹੈ ਨਾ ਨਰੈਣੂ ਮਹੰਤ, ਜਿਵੇਂ ਮੱਸੇ ਰੰਗੜ ਨੇ ਵੀ ਬਹੁਤ ਕੁਝ ਕੀਤਾ ਗੁਰੂ ਘਰ ਦੇ ਵਿੱਚ, ਅੱਜ ਉਹਨੂੰ ਯਾਦ ਕੀਤਾ ਜਾਂਦਾ ਹੈ। ਪਰ ਇਹ ਫਰਵਰੀ ਦੇ ਦਿਨ 21 ਫਰਵਰੀ ਤੋਂ ਲੈ ਕੇ ਫਿਰ ਉਹ ਪੰਜਾ ਸਾਹਿਬ ਦੀ ਪਵਿੱਤਰ ਧਰਤੀ ਦਾ ਸਾਕਾ ਆ ਜਾਂਦਾ ਹੈ। ਅੱਜ 100 ਸਾਲ ਹੋ ਗਿਆ ਉਸ ਸਮੇਂ ਨੂੰ, ਪੂਰਾ 100 ਸਾਲ। ਭਾਈ ਲਛਮਣ ਸਿੰਘ ਜੀ ਧਾਰੋਵਾਲ ਆਪਣਾ ਜਥਾ ਲੈ ਕੇ ਗਏ ਵੀ ਉਹਨਾਂ ਨਰੈਣੂ ਮਹੰਤਾਂ ਤੋਂ ਜਿਹੜਾ ਪੰਜਾ ਸਾਹਿਬ ਗੁਰਦੁਆਰਾ ਉਹ ਅਸੀਂ ਆਜ਼ਾਦ ਕਰਵਾ ਲਈਏ। ਸਿੱਖਾਂ ਨੂੰ ਸੰਦੇਸ਼ੇ ਜ਼ਰੂਰ ਮਿਲਦੇ ਗਏ ਵੀ ਨਰੈਣੂ ਮਹੰਤ ਨੇ ਜਿਹੜਾ ਨਾ ਉਹਨੇ ਗੁਰੂ ਘਰ ਦੀ ਬੇਅਦਬੀ ਕੀਤੀ ਹੈ ਪੰਜਾ ਸਾਹਿਬ ਦੀ, ਗੁੰਡੇ ਪਾਲੇ ਹੋਏ ਨੇ ਉਹਦੇ ਉੱਥੇ ਆਪਣੇ ਗੁੰਡੇ। ਜਿਹੜੀ ਵੀ ਸੰਗਤ ਕੋਈ ਨਮਸਕਾਰ ਕਰਨ ਵਾਸਤੇ ਜਾਂਦੀ ਹੈ ਪੰਜਾ ਸਾਹਿਬ ਦੀ ਧਰਤੀ ਤੇ ਉਹਨਾਂ ਨੂੰ ਜਲੀਲ ਕੀਤਾ ਜਾਂਦਾ ਹੈ। ਨੌਜਵਾਨ ਲੜਕੀਆਂ ਕੰਨੀ ਮਾੜੀ ਨੀਤ ਨਾਲ ਵੇਖਿਆ ਜਾਂਦਾ, ਉੱਥੇ ਸ਼ਰਾਬਾਂ ਚੱਲਦੀਆਂ ਹਨ। ਜਦੋਂ ਹਰਮੰਦਰ ਸਾਹਿਬ ਦੀ ਇਹ ਬੇਅਦਬੀ ਹੋਈ ਤਾਂ ਉਸ ਵਕਤ ਮੱਸੇ ਰੰਗੜ ਨੇ ਆ ਕੇ, ਜਿੱਥੇ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਪ੍ਰਕਾਸ਼ ਸੀ ਮਹਾਰਾਜ ਜੀ ਦਾ, ਉੱਥੇ ਮੱਸੇ ਰੰਗੜ ਨੇ ਆਪਣਾ ਪਲੰਘਾ ਲਾ ਲਿਆ, ਬੇਸਵਾ ਨਚਾਉਂਦਾ ਰੋਜ਼। ਕਿਸੇ ਵੀ ਸਿੱਖ ਨੂੰ ਜਿਹੜਾ ਹਰੀ ਦੇ ਮੰਦਰ ਦੇ ਸਰੋਵਰ ਕੰਨੀ ਜਾਣ ਨਹੀਂ ਦਿੰਦਾ, ਉਹਦੇ ਗੁੰਡੇ ਇਸੇ ਭੈੜੇ ਨੇ। ਪਰ ਫਿਰ ਵੀ ਗੁਰੂ ਕੇ ਸਿੱਖ ਆ ਕੇ ਜਿਹੜਾ ਉਹ ਅੰਮ੍ਰਿਤ ਜਲ ਦਾ ਚੂਲਾ ਲੈ ਕੇ ਜਾਂਦੇ ਨੇ, ਬੇਸਵਾ ਨੱਚਦੀ ਹੈ, ਸ਼ਰਾਬ ਦੇ ਦੌਰ ਚੱਲਦੇ ਹਨ ਉੱਥੇ।
ਸਿੱਖਾਂ ਨੇ ਮਨ ਦੇ ਵਿੱਚ ਬਹੁਤ ਰੋਹ ਹੈ ਵੀ ਇਹਨੇ ਗੁਰੂ ਘਰ ਦੀ ਬੇਅਦਬੀ ਕਰ ਦਿੱਤੀ। ਜਿਹੜਾ ਹੋਵੇ ਗੁਰੂ ਦਾ ਸਿੱਖ ਪਰ ਫਿਰ ਧੰਨ ਉਹ ਗੁਰੂ ਕੇ ਸਿੱਖ ਬੀਕਾਨੇਰ ਦੀ ਧਰਤੀ ਵਿੱਚ ਰਹਿੰਦੇ ਨੇ ਤੇ ਸਿੱਖ ਥੋੜੇ ਮੁੱਠੀ ਭਰ ਸਿੱਖ ਸੀ। ਫਿਰ ਉਹਨਾਂ ਨੂੰ ਜਾ ਕੇ ਖਬਰ ਦੇਣ ਵਾਲਾ ਧੰਨ ਭਾਈ ਬਲਾਕਾ ਸਿੰਘ ਜੀ। ਭਾਈ ਬਲਾਕਾ ਸਿੰਘ ਜਦੋਂ ਹਰਮੰਦਰ ਸਾਹਿਬ ਦੀ ਧਰਤੀ ਤੇ ਆਇਆ, ਦੇਖਿਆ ਥਾਂ ਥਾਂ ਤੇ ਗੁੰਡੇ ਖੜੇ ਨੇ, ਗਲਤ ਕੰਮ ਹੋ ਰਿਹਾ ਹੈ ਤੇ ਉਸ ਗੁਰੂ ਕੇ ਸਿੱਖ ਤੋਂ ਫਿਰ ਰਿਹਾ ਨਾ ਗਿਆ। ਮਨ ਵਿੱਚ ਆਇਆ ਵੀ ਮੈਂ ਇਹਨਾਂ ਦਾ ਹੁਣੀ ਸੋਧਾ ਲਾ ਦਿਆਂ। ਫਿਰ ਅਗਲਾ ਮਨ ਵਿੱਚ ਆਇਆ ਵੀ ਜੇ ਮੈਂ ਇਹ ਬਹੁਤੇ ਨੇ, ਮੈਂ ਇਕੱਲਾ ਸੋਧਾ ਤਾਂ ਮੈਂ ਲਾ ਦੂੰਗਾ, ਮੈਨੂੰ ਸ਼ਹੀਦ ਕਰ ਦੇਣਗੇ, ਪਰ ਜਿਹੜੇ ਜੰਗਲਾਂ ਵਿੱਚ ਬੈਠੇ ਖਾਲਸੇ ਨੇ ਉਹਨਾਂ ਨੂੰ ਖਬਰਾਂ ਕੌਣ ਪਹੁੰਚਾਊਗਾ। ਫਿਰ ਧੰਨ ਭਾਈ ਬਲਾਕਾ ਸਿੰਘ ਗੁਰੂ ਰਾਮਦਾਸ ਮਰਦ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਕੇ, ਸੱਚਾ ਪਾਤਸ਼ਾਹ ਉਹ ਤੇਰੇ ਗੁਰੂ ਦੇ ਘਰ ਦੀ ਗੁਰੂ ਰਾਮਦਾਸ ਮਰਦ ਚਰਨਾਂ ਦੇ ਵਿੱਚ ਜਿੱਥੇ ਆ ਕੇ ਸੰਗਤਾਂ ਨਤਮਸਤਕ ਹੁੰਦੀਆਂ ਸੀ, ਮਹਾਰਾਜ ਦਾ ਸਥਾਨ ਸੀ, ਅੱਜ ਉੱਥੇ ਮੱਸੇ ਰੰਗੜ ਨੇ ਆਪਣਾ ਪਲਗਾ ਲਾਇਆ ਹੋਇਆ। ਇੱਥੋਂ ਫਿਰ ਉਹ ਰਾਜਸਥਾਨ ਦੀ ਧਰਤੀ, ਬੀਕਾਨੇਰ ਦੀ ਧਰਤੀ ਉੱਤੇ ਚਲਿਆ ਗਿਆ ਭਾਈ ਬਲਾਕਾ ਸਿੰਘ ਜੀ। ਜਾ ਕੇ ਕਹਿਣ ਲੱਗਿਆ, ਉਹ ਗੁਰੂ ਕੇ ਖਾਲਸਿਓ, ਅੱਜ ਤੁਹਾਡਾ ਸ਼ਕਤੀ ਤੇ ਭਗਤੀ ਦਾ ਘਰ ਜਿਹੜਾ ਨਾ ਉਹ ਉਜਾੜਿਆ ਜਾ ਰਿਹਾ ਹੈ। ਹਰਮੰਦਰ ਸਾਹਿਬ ਦੇ ਸਰੋਵਰ ਨੂੰ ਪੂਰਿਆ ਜਾ ਰਿਹਾ ਹੈ, ਜਿੱਥੋਂ ਅੰਮ੍ਰਿਤ ਦੀ ਸ਼ਕਤੀ ਮਿਲਦੀ ਹੈ। ਜਿਸ ਅੰਮ੍ਰਿਤ ਸਰੋਵਰ ਦਾ ਇੱਕ ਚੂੜਾ ਲੈ ਕੇ ਵੀ ਮਰਿਆਂ ਵਿੱਚ ਜਾਨ ਪੈ ਜਾਂਦੀ ਹੈ, ਕੋੜੀਆਂ ਦਾ ਕੋੜ ਦੂਰ ਹੋ ਜਾਂਦਾ ਹੈ। ਉਹ ਖਾਲਸਿਓ, ਅੱਜ ਉਹ ਹਰੀ ਦੇ ਮੰਦਰ ਨੂੰ ਮੱਸੇ ਰੰਗੜ ਨੇ ਆ ਕੇ ਮੱਲ ਲਿਆ, ਗੁਰੂ ਦਾ ਸਰੂਪ ਚੁਕਾ ਦਿੱਤਾ, ਉੱਥੋਂ ਆਪਣਾ ਪਲੰਘ ਲਾ ਲਿਆ ਕੇ ਗੁਰੂ ਘਰ ਦੀ ਬੇਅਦਬੀ ਕਰ ਰਿਹਾ ਹੈ। ਇੱਕ ਸਿੱਖ ਨੇ ਸੁਣਿਆ, ਦੋ ਨੇ ਸੁਣਿਆ, ਤਿੰਨ ਨੇ ਸੁਣਿਆ। ਬੀਕਾਨੇਰ ਦੇ ਟਿੱਬਿਆਂ ਦੇ ਵਿੱਚ ਸਿੱਖਾਂ ਦਾ ਇਕੱਠ ਹੋ ਗਿਆ। ਜਿੱਥੋਂ ਜਿੱਥੋਂ ਤੱਕ ਆਵਾਜ਼ਾਂ ਜਾਂਦੀਆਂ ਨੇ ਤੇ ਆ ਕੇ ਭਾਈ ਬਲਾਕਾ ਸਿੰਘ ਦੇ ਆਲੇ ਦੁਆਲੇ ਬੈਠੀ ਜਾਂਦੇ ਆ। ਉਹ ਤੂੰ ਮਾਲਵੇ ਦੀ ਧਰਤੀ, ਉਹ ਪੰਜਾਬ ਦੀ ਧਰਤੀ ਤੋਂ ਆਇਆ, ਗੁਰੂ ਰਾਮਦਾਸ ਮਰਦ ਦੇ ਚਰਨਾਂ ਵਿੱਚ ਆਇਆ। ਤੇ ਭਾਈ ਬਲਾਕਾ ਸਿੰਘ ਕਹਿਣ ਲੱਗਿਆ, ਅੱਜ ਦੇਖੋ ਜਾ ਕੇ ਉੱਥੇ ਜਿਹੜੀ ਬੜੀ ਬੇਅਦਬੀ ਹੋ ਰਹੀ ਹੈ। ਭਾਵੇਂ ਆਪਾਂ ਰੋਜ਼ ਅੰਮ੍ਰਿਤ ਵੇਲੇ ਦਰਸ਼ਨ ਇਸ਼ਨਾਨ ਮੰਗਦੇ ਹਾਂ ਅੰਮ੍ਰਿਤਸਰ ਦੇ, ਪਰ ਅੱਜ ਉਸ ਅੰਮ੍ਰਿਤਸਰ ਦੇ ਵਿੱਚ ਨਾ ਇੰਨੀ ਬੇਅਦਬੀ ਹੋ ਰਹੀ ਹੈ। ਤੇ ਜਿਹੜੇ ਗੁਰੂ ਕੇ ਸਿੱਖ ਨੇ, ਗੁਰੂ ਘਰ ਦੀ ਹੁੰਦੀ ਬੇਅਦਬੀ ਸਿੱਖ ਨਹੀਂ ਸਾਰ ਸਕਦਾ। ਗੁਰੂ ਘਰ ਦੀ ਹੁੰਦੀ ਬੇਅਦਬੀ ਸਿੱਖ ਨਹੀਂ ਸਾਰ ਸਕਦਾ। ਗੁਰੂ ਘਰ ਦੀ ਹੁੰਦੀ ਬੇਅਦਬੀ ਸਿੱਖ ਨਹੀਂ ਸਹਾਰ ਸਕਦਾ। ਗੁਰੂ ਘਰ ਦੀ ਹੁੰਦੀ ਬੇਅਦਬੀ ਸਿੱਖ ਨਹੀਂ ਸਹਾਰ ਸਕਦਾ। ਬੇਅਦਬੀ ਸਿੱਖ ਨਹੀਂ ਸਹਾਰ ਸਕਦਾ। ਗੁਰੂ ਘਰ ਦੀ ਹੁੰਦੀ ਬੇਅਦਬੀ ਸਿੱਖ ਨਹੀਂ ਸਹਾਰ ਸਕਦਾ। ਉਸ ਸਿੱਖ ਨੇ ਕਿਹਾ, ਓਏ ਖਾਲਸਿਓ, ਰੋਜ਼ ਅੰਮ੍ਰਿਤ ਵੇਲੇ ਇਸ਼ਨਾਨ ਧਿਆਨ ਕਰਕੇ ਆਪਾਂ ਇਹੋ ਹੀ ਮੰਗਦੇ ਹਾਂ, ਸੱਚੇ ਪਾਤਸ਼ਾਹ ਅੰਮ੍ਰਿਤਸਰ ਦੀ ਧਰਤੀ ਦੇ ਦਰਸ਼ਨ ਦੀਦਾਰ ਬਖਸ਼ੀ। ਜਿਹੜੇ ਜਿਹੜੇ ਤੇਰੇ ਪੰਥ ਖਾਲਸੇ ਨਾਲੋਂ ਵਿਛੜ ਗਏ, ਉਹਨਾਂ ਨੂੰ ਮੁੜ ਕੇ ਸੇਵਾ ਸੰਭਾਲਦਾ ਜਿਹੜਾ ਉਹ ਖਾਲਸਾ ਜੀ ਨੂੰ ਬਲ ਬਖਸ਼ੀ। ਤੇ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਪਾਵਨ ਪਿੱਤਰ ਚਰਨਾਂ ਦੇ ਵਿੱਚ ਇਹ ਅਰਦਾਸ ਬੇਨਤੀ ਜਦੋਂ ਪ੍ਰਵਾਨ ਹੋਈ ਤੇ ਉੱਥੇ ਫਿਰ ਸਿੱਖਾਂ ਨੇ ਸਾਰਿਆਂ ਨੇ ਪਲਣ ਕਰਿਆ, ਕਿਉਂਕਿ ਇਹ ਦਿਨ ਜਿਹੜੇ ਚੱਲ ਰਹੇ ਨੇ ਮਹਾਨ ਸ਼ਹੀਦਾਂ ਦੇ, ਜਿਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ, ਉਹਨਾਂ ਪਾਵਨ ਪਿੱਤਰ ਸ਼ਹੀਦਾਂ ਨੂੰ। ਤੇ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਐਸੀ ਬਖਸ਼ਿਸ਼ ਕੀਤੀ, ਕਿਰਪਾ ਕੀਤੀ। ਫਿਰ ਦੋ ਸਿੱਖ ਜਿਨ੍ਹਾਂ ਨੇ
ਉਸ ਮੱਸੇ ਰੰਗੜ ਨੂੰ ਸੋਧਣ ਵਾਸਤੇ ਪਰਨ ਕਰ ਲਿਆ ਬੀਕਾਨੇਰ ਦੀ ਧਰਤੀ ਉਤੋਂ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਮੀਰਾ ਕੋਟੀਆਂ ਦੇ ਰਹਿਣ ਵਾਲੇ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਸੇਵਾ ਫਿਰ ਸਾਡੀ ਝੋਲੀ ਵਿੱਚ ਪਾ ਦੇ। ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਤੇ ਦੋਨੋਂ ਸਿੱਖਾਂ ਨੇ ਗੁਰੂ ਦੀ ਸੇਵਾ ਝੋਲੀ ਵਿੱਚ ਪਾਈ ਤੇ ਅਰਦਾਸ ਬੇਨਤੀ ਕਰੀ ਗੁਰੂ ਦੇ ਚਰਨਾਂ ਵਿੱਚ। ਮਹਾਰਾਜ ਜੀ ਕਹਿੰਦੇ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਦਾਸ। ਗੁਰੂ ਦੇ ਚਰਨਾਂ ਦੇ ਵਿੱਚ ਸਿੱਖ ਕਿਤੇ ਢਹਿ ਕਰਕੇ ਅਰਦਾਸ ਬੇਨਤੀ ਕਰਦੇ ਸੱਚੇ ਦਿਲੋਂ ਹੋ ਜਾਵੇ। ਜਦੋਂ ਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੋ ਜਾਵੇ ਫਿਰ ਮਹਾਰਾਜ ਜੀ ਕਹਿੰਦੇ ਸਦਾ ਅੰਗ ਸੰਗੇ ਭੰਗੰ ਬੇਪੂਤੇ। ਪਰ ਅਰਦਾਸ ਕਰਨ ਵਿੱਚ ਫਰਕ ਹੈ। ਮਨ ਵਿੱਚ ਇਹ ਹੋ ਜਾਂਦਾ ਪਤਾ ਨਹੀਂ ਕੰਮ ਹੋਊਗਾ, ਪਤਾ ਨਹੀਂ ਹੋਊਗਾ। ਪਰ ਜਿਹੜਾ ਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਹੈ, ਮਹਾਰਾਜ ਜੀ ਕੀ ਕਹਿੰਦੇ, ਬਵੀਹਾ ਪਿਰੋਂ ਪਿਰੋਂ ਕਰੇ ਜਲ ਨਿਤ ਪ੍ਰੇਮ ਪਿਆਰ। ਕਹਿੰਦੇ ਜਦੋਂ ਬਵੀਹਾ ਕੂਕਦਾ ਨਾ ਉੱਚੀ ਕੂਕਦਾ ਬਵੀਹਾ ਬੇਬਲ ਹੋ ਕੇ, ਉਹ ਇੱਕ ਸਵਾਤੀ ਬੂੰਦ ਨੂੰ ਤਰਸਦਾ। ਤੇ ਗੁਰੂ ਕਾ ਸਿੱਖ ਗੁਰੂ ਦੇ ਅੰਮ੍ਰਿਤ ਬਚਨਾਂ ਨੂੰ, ਗੁਰੂ ਦੇ ਪਾਵਨ ਪਿੱਤਰ ਦਰਸ਼ਨਾਂ ਨੂੰ ਜਿਹੜਾ ਰੋਜ਼ ਬੇਨਤੀ ਕਰਦਾ ਸੱਚੇ ਪਾਤਸ਼ਾਹ ਉੱਚੀ ਕੂਕਦਾ ਪਪੀਆ ਬੇਬਲ ਹੋ ਕੇ ਬਈ ਤਰਸਦਾ ਸਵਾਤੀ ਬੂੰਦ ਨੂੰ। ਉੱਚੀ ਕੂਕਦਾ ਪਪੀਆ ਬੇਬਲ ਹੋ ਕੇ ਬਈ ਤਰਸਦਾ ਸਵਾਤੀ ਬੂੰਦ ਨੂੰ। ਉੱਚੀ ਕੂਕਦਾ ਪਪੀਆ ਬੇਬਲ ਹੋ ਕੇ ਤਰਸਦਾ ਸਵਾਤੀ ਬੂੰਦ ਨੂੰ। ਉੱਚੀ ਕੂਕਦਾ ਪਪੀਆ ਬੇਬਲ ਹੋ ਕੇ ਤਰਸਦਾ ਸਵਾਤੀ ਬੂੰਦ ਨੂੰ। ਉੱਚੀ ਕੂਕਦਾ ਪਪੀਆ ਬੇਬਲ ਹੋ ਕੇ ਪਪੀਆ ਬੇਬਲ ਹੋ ਕੇ ਬਈ ਤਰਸਦਾ ਸਵਾਤੀ ਬੂੰਦ ਨੂੰ। ਉੱਚੀ ਕੂਕਦਾ ਪਪੀਆ ਬੇਬਲ ਹੋ ਕੇ ਤਰਸਦਾ ਸਵਾਤੀ ਬੂੰਦ ਨੂੰ। ਉੱਚੀ ਕੂਕਦਾ ਪਪੀਆ ਬੇਬਲ ਹੋ ਕੇ ਤਰਸਦਾ ਸਵਾਤੀ ਬੂੰਦ ਨੂੰ। ਉੱਚੀ ਕੂਕਦਾ ਪਪੀਆ ਬੇਬਲ ਹੋ ਕੇ ਤਰਸਦਾ ਸਵਾਤੀ ਬੂੰਦ ਨੂੰ। ਬਸ ਮਹਾਰਾਜ ਜੀ ਕਹਿੰਦੇ ਇਸ ਤਰ੍ਹਾਂ ਜਿਤੇ ਗੁਰੂ ਦੇ ਢਹਿ ਕੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਜਾਵੇ, ਗੁਰੂ ਸੁਣਦਾ ਹੈ, ਸਦ ਸੁਣਦਾ, ਸਦ ਦੇਖਦਾ ਕਿਉਂ ਮੁਕਰ ਪਾਇਆ ਜਾਏ। ਬਸ ਫਿਰ ਦੋਨੋਂ ਸਿੱਖ ਗੁਰੂ ਕੇ ਅੰਮ੍ਰਿਤਸਰ ਦੀ ਧਰਤੀ ਨੂੰ, ਹਰਿਮੰਦਰ ਸਾਹਿਬ ਨੂੰ ਚੱਲ ਪਏ। ਮਨ ਵਿੱਚ ਰੋਹ ਬੜਾ ਹੈ, ਓਏ ਗੁਰੂ ਘਰ ਦੀ ਬੇਅਦਬੀ ਕਰਨ ਵਾਲੇ ਦਾ ਸੋਧਾ ਲੱਗਣਾ ਚਾਹੀਦਾ ਹੈ। ਬਸ ਫਿਰ ਬੀਕਾਨੇਰ ਦੀ ਧਰਤੀ ਤੋਂ ਦੋਨੋਂ ਸਿੱਖ ਤੁਰ ਪਏ ਅਰਦਾਸ ਬੇਨਤੀ ਕਰਕੇ ਤੇ ਧੰਨ ਗੁਰੂ ਕੇ ਸਿੱਖ ਅੰਮ੍ਰਿਤਸਰ ਦੀ ਧਰਤੀ ਵਿੱਚ ਆਏ। ਜਦੋਂ ਪੱਟੀ ਪਿੰਡ ਦੇ ਵਿੱਚ ਆਏ, ਪੱਟੀ ਸ਼ਹਿਰ ਦੇ ਵਿੱਚ 9 ਲੱਖੀ ਪੱਟੀ ਹੈ, 3 ਭਰਾਵਾਂ ਦੀ, ਸਕੇ ਭਰਾਵਾਂ ਦੀ ਜਗੀਰ ਹੈ। ਉਸ ਪੱਟੀ ਵਿੱਚ ਆ ਕੇ ਗੁਰੂ ਕੇ ਖਾਲਸਿਆਂ ਨੇ ਫਿਰ ਭੇਸ ਵਟਾ ਲਿਆ, ਜਿਹਨੂੰ ਮਹਾਰਾਜ ਜੀ ਕਹਿੰਦੇ ਬੜੇ ਪਿਆਰ ਦੇ ਵਿੱਚ ਆ ਕੇ ਬਖਤ ਵਿਚਾਰੇ ਸੋ ਬੰਦਾ ਹੋਏ। ਤੇ ਦੋਨੋਂ ਸਿੱਖਾਂ ਨੇ ਭੇਸ ਵਟਾ ਲਿਆ। ਭੇਸ ਵਟਾ ਕੇ ਕੁਝ ਠੀਕਰੀਆਂ ਲੈ ਲੀਆਂ। ਠੀਕਰੀਆਂ ਪਈਆਂ ਸੀ, 2 ਬੋਰੀਆਂ ਠੀਕਰੀਆਂ ਦੀਆਂ ਭਰ ਲੀਆਂ। ਤੇ ਭੇਸ ਵਟਾ ਕੇ ਦੋਨੋਂ ਗੁਰੂ ਕੇ ਖਾਲਸੇ ਉੱਪਰ ਦੀ ਹੋਰ ਬਸਤਰ ਪਾ ਕੇ, ਥੱਲੇ ਦੀ ਆਪਣੇ ਹਥਿਆਰ ਸ੍ਰੀ ਸਾਹਿਬ ਫੜ ਕੇ ਅੱਜ ਹਰਿਮੰਦਰ ਸਾਹਿਬ ਦੀ ਧਰਤੀ ਦੇ ਵਿੱਚ ਆਏ। ਦਰਸ਼ਨੀ ਡਿਊਟੀ ਅੱਗੇ ਆ ਕੇ ਨਮਸਕਾਰ ਕਰੀ, ਮੱਥਾ ਟੇਕਿਆ। ਸੱਚਾ ਪਾਤਸ਼ਾਹ ਹੁਣ ਇਹ ਸੇਵਾ ਤੂੰ ਆਪੇ ਹੀ ਲੈ ਲੈਣੀ ਹੈ ਸਾਥੋਂ। ਪ੍ਰਭ ਡੋਰੀ ਹਾਥ ਤੁਮਾਰੇ, ਜੇ ਕਰਾਵੇ ਸੋ ਕਰਨਾ, ਨਾਨਕ ਦਾਸ ਤੇਰੀ ਸ਼ਰਣਾ। ਦੋਨੋਂ ਗੁਰੂ ਕੇ ਸਿੱਖ ਦਰਸ਼ਨੀ ਡਿਊਟੀ ਵਿੱਚ ਆ ਕੇ ਨਮਸਕਾਰ ਕਰੀ, ਅਰਦਾਸ ਬੇਨਤੀ ਕਰੀ, ਮੱਥਾ ਟੇਕਿਆ, 8 ਅੰਗ ਲਾ ਕੇ ਇੱਕ ਭਗਤੀ ਕਰ ਲਈ। ਤੇ ਅੱਗੇ ਫਿਰ ਜਾ ਕੇ ਪਰਿਕਰਮਾ ਕਰੀ, ਘੋੜੇ ਨਾਲ ਨੇ ਪਰਿਕਰਮਾ ਕਰਕੇ ਸ਼ਹੀਦਾਂ ਦੀ ਡਿਊਟੀ ਕੰਨੀ ਦੀ ਆ ਕੇ ਹਰਿਮੰਦਰ ਸਾਹਿਬ ਦੇ ਸਾਹਮਣੇ
ਦੋ ਬੇਰੀ ਬਣੀ ਲੱਗੀ ਹੋਈ ਹੈ ਅੱਜ ਵੀ ਉੱਥੇ 3 ਬੇਰੀਆਂ ਨੇ ਜਿਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ, ਕਿਉਂਕਿ ਪਹਿਲੀ ਬੇਰ ਧੰਨ ਬਾਬਾ ਬੁੱਢਾ ਜੀ ਮਹਾਰਾਜ ਜਿਹਦੇ ਥੱਲੇ ਧੰਨ ਬਾਬਾ ਬੁੱਢਾ ਜੀ ਬੈਠ ਕੇ ਰੋਜ਼ ਸੇਵਾ ਕਰਾਉਂਦੇ ਸੀ। ਦੂਸਰੀ ਬੇਰੀ ਉਹ ਜਿੱਥੇ ਉਸ ਰਜਨੀ ਦਾ ਭਲਾ ਹੋਇਆ, ਉਹਦਾ ਪਤੀ ਜਿਹੜਾ ਪਿੰਗਲਾ ਸੀ, ਕੋੜੀ ਸੀ, ਉਹਦੇ ਪਤੀ ਦਾ ਕੋੜ ਦੂਰ ਹੋਇਆ। ਤੇ ਤੀਸਰੀ ਬੇਰੀ ਉਹ ਲਾਚੀ ਬੇਰੀ ਜਿਹਦੇ ਨਾਲ ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਨੇ ਘੋੜੇ ਬੰਨੇ, ਉਹ ਹਰਮੰਦਰ ਸਾਹਿਬ ਦੇ ਜਮਾ ਬਿਲਕੁਲ ਸਾਹਮਣੇ ਆ ਜਾਂਦੀ ਹੈ, ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ। ਤੇ ਦੋਨਾਂ ਨੇ ਉਹ ਆਪਣੇ ਘੋੜੇ ਬੰਨ ਦਿੱਤੇ, ਅਰਦਾਸ ਬੇਨਤੀ ਕਰਦੇ ਨੇ, ਸੱਚੇ ਪਾਤਸ਼ਾਹ ਹੁਣ ਇੱਥੇ ਕਿਰਪਾ ਕਰਦੀ, ਸ਼ਰਨ ਪਰੇ ਕੀ ਰਾਖ ਦਿਆਲਾ, ਨਾਨਕ ਤੁਮਰੇ ਬਾਲ ਗੋਪਾਲ ਬਾਲ ਗੋਪਾਲਾ। ਬਸ ਅਰਦਾਸਾਂ ਬੇਨਤੀਆਂ ਕਰਦੇ ਹਰਮੰਦਰ ਸਾਹਿਬ ਦੇ ਵਿੱਚ ਜਾ ਪਹੁੰਚੇ ਤੇ ਜਾ ਕੇ ਫਿਰ ਅਰਦਾਸ ਕਰੀ ਗੁਰੂ ਕੇ ਖਾਲਸੇ ਨੇ, ਸੱਚੇ ਪਾਤਸ਼ਾਹ ਹੁਣ ਸਫਲਤਾ ਬਖਸ਼ਿਸ਼ ਕਰਦੀ। ਪੁੱਛਿਆ, ਪਹਿਰੇਦਾਰਾਂ ਨੇ ਰੋਕਿਆ ਵੀ ਕਿੱਧਰ ਚੱਲੇ ਹੋ? ਕਹਿੰਦੇ ਮਾਮਲਾ ਉਤਾਰਨ ਵਾਸਤੇ ਆਏ, ਅਸੀਂ ਪੱਟੀ ਦੇ ਸਰਦਾਰ ਹਾਂ, ਅਸੀਂ ਤੁਹਾਡਾ ਮਾਮਲਾ ਉਤਾਰਨ ਵਾਸਤੇ ਆਏ ਹਾਂ। ਪਹਿਰੇਦਾਰ ਕਹਿੰਦੇ ਚਲੇ ਜਾਓ, ਪਰ ਸਾਡਾ ਵੀ ਹਿੱਸਾ ਬਣਦਾ, ਉਹ ਵੀ ਜ਼ਰੂਰ ਦੇ ਕੇ ਜਾਇਓ। ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਜੀ ਕਹਿਣ ਲੱਗੇ ਕੋਈ ਗੱਲ ਨਹੀਂ, ਤੁਹਾਡਾ ਵੀ ਹਿੱਸਾ ਜਿਹੜਾ ਆ ਜਾਵੇਗਾ, ਪਰ ਇੱਕ ਵਾਰੀ ਜਾਣ ਦਿਓ। ਅੱਗੇ ਦੇਖਿਆ ਮੱਸਾ ਉਸ ਤਖਤ ਉੱਤੇ ਬੈਠਾ ਹੈ, ਮਦਰਾ ਪੀਤੀ ਹੋਈ ਹੈ, ਕੋਈ ਪਤਾ ਨਹੀਂ ਸੁੱਧ ਨਹੀਂ ਬੁੱਧ ਨਹੀਂ ਹੈ। ਤੇ ਜਾਣ ਸਾਰ ਗੁਰੂ ਕੇ ਖਾਲਸਿਆਂ ਨੂੰ ਦੇਖ ਕੇ ਮੱਸੇ ਨੇ ਆਖਿਆ, ਬਈ ਕਿੱਥੋਂ ਆਏ ਹੋ? ਪੱਟੀ ਦੇ ਸਰਦਾਰ, ਮਾਮਲਾ ਉਤਾਰਨ ਵਾਸਤੇ ਆਏ, ਲਿਆਓ ਫੜਾਓ। ਤੇ ਆਪਣੀ ਸਕੀਮ ਮੁਤਾਬਕ ਉਹਨਾਂ ਨੇ ਜਿਹੜਾ ਥੈਲਾ ਮੋਢੇ ਤੋਂ ਉਤਾਰਿਆ ਤੇ ਸਿੱਧਾ ਉਹਦੇ ਮੰਜੇ ਥੱਲੇ ਮਾਰਿਆ ਭਗਾ ਕੇ। ਦੂਜੇ ਨੇ ਵੀ ਮਾਰਿਆ, ਭਾਈ ਸੁੱਖਾ ਸਿੰਘ ਨੇ, ਭਾਈ ਮਹਿਤਾਬ ਸਿੰਘ, ਦੋਨੋਂ ਭਰਾਵਾਂ ਨੇ ਉਹ ਪਲੰਗੇ ਥੱਲੇ ਜਿਹੜਾ ਸੀ ਨਾ ਠੀਕਰੀਆਂ ਦਾ ਭਰਿਆ ਹੋਇਆ ਝੋਲਾ, ਉਹ ਥੱਲੇ ਮਾਰਿਆ। ਝੁੱਕ ਕੇ ਜਦੋਂ ਥੱਲੇ ਨੂੰ ਵੇਖਣ ਲੱਗਿਆ, ਉਸੇ ਵਕਤ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਉਸ ਪਾਪੀ ਦਾ ਸਿਰ ਧੜ ਦੇ ਨਾਲੋਂ ਅਲੱਗ ਕਰ ਦਿੱਤਾ, ਇੱਕ ਵਾਰ ਦੇ ਨਾਲ ਹੀ। ਉਹ ਤੂੰ ਗੁਰੂ ਘਰ ਦੀ ਬੇਅਦਬੀ ਕਰਦਾ। ਤੇ ਬਸ ਉਸੇ ਵਕਤ ਜਦੋਂ ਸਿਰ ਧੜ ਦੇ ਨਾਲੋਂ ਵੱਖਰਾ ਹੋ ਗਿਆ, ਜਿੰਨੇ ਉੱਥੇ ਬੈਠਣ ਵਾਲੇ ਸੁਣਨ ਵਾਲੇ ਸੀ, ਬੇਸਵਾ ਦੀਆਂ ਚੀਕਾਂ ਪੈ ਗਈਆਂ, ਸਭ ਲੋਕ ਭੱਜ ਗਏ ਤੇ ਜਾਂਦੇ ਨੇ ਭੱਜੇ ਗੁਰੂ ਕੇ ਸਿੱਖਾਂ ਨੇ। ਉਸੇ ਵਕਤ ਵਰਛੇ ਉੱਤੇ ਸੀਸ ਟੰਗਿਆ ਉਸ ਪਾਪੀ ਦਾ ਤੇ ਬਾਹਰ ਨੂੰ ਨਿਕਲੇ ਆਉਂਦੇ ਨੇ। ਜਿਹੜਾ ਵੀ ਵੇਖਦਾ ਹੈ ਵੀ ਉਹ ਮੱਸਾ ਰੰਗੜ ਜਿਹੜਾ ਪਾਪੀ ਮਾਰਿਆ ਗਿਆ, ਤੇ ਨਾਲ ਦੀ ਨਾਲ ਸਾਰੇ ਭੱਜ ਲਏ। ਉਸੇ ਵਕਤ ਹਾਕ ਮਾਰੀ ਗੁਰੂ ਕੇ ਖਾਲਸੇ ਨੇ, ਖੜ ਜਾਓ, ਤੁਹਾਡਾ ਵੀ ਹਿਸਾਬ ਕਿਤਾਬ ਰਹਿੰਦਾ ਹਜੇ। ਤੇ ਸਿੱਖ ਭੱਜੇ ਜਾਂਦੇ ਨੇ, ਦੋਨੋਂ ਜਕਾਰੇ ਛੱਡਦੇ ਜਾਂਦੇ ਨੇ। ਤੇ ਮਹਾਰਾਜ ਜੀ ਕਹਿੰਦੇ ਪਾਪੀਆਂ ਕੇ ਮਾਰਨੇ ਕੋ ਪਾਪ ਮਹਾ ਬਲੀ ਹੈ। ਤੇ ਜਿਹੜਾ ਵੀ ਜਿਸ ਨੇ ਵੀ ਗੁਰੂ ਦੇ ਨਾਲ ਆੜ ਲਈ, ਤੇ ਮਹਾਰਾਜ ਜੀ ਕਹਿਣ ਲੱਗੇ ਸੁਖ ਨਾ ਪਾਏ ਤੇ ਮੁਗਧ ਨਰ ਸੰਤ ਨਾਲ ਖੰਦੇ। ਉਹ ਲੋਚਣ ਉਹਨਾਂ ਗੁਣਾਂ ਨੂੰ ਹੰਕਾਰ ਸੜੰਦੇ, ਓਏ ਵਿਚਾਰੇ ਕਿਆ ਕਰੇ ਜਾਂ ਭਾਗ ਧੁਰ ਮੰਦੇ। ਤੇ ਮਹਾਰਾਜ ਜੀ ਕਹਿਣ ਲੱਗੇ ਸੁਖ ਕਦੇ ਨਾ ਪਾਉਂਦੇ ਜੀ ਮੁਗਧ ਨਰ ਸੰਤਾਂ ਨਾਲ, ਕਦੇ ਨਾ ਪਾਉਂਦੇ ਜੀ ਮੁਗਧ ਨਰ ਸੰਤਾਂ ਨਾਲ ਕੰਦੇ। ਕਦੇ ਨਾ ਪਾਉਂਦੇ ਜੀ ਮੁਗਧ ਨਰ ਸੰਤਾਂ ਨਾਲ ਕੰਦੇ। ਸੁਖ ਕਦੇ ਨਾ ਪਾਉਂਦੇ ਜੀ ਮੁਗਧ ਨਰ ਸੰਤਾਂ ਨਾਲ ਕੰਦੇ। ਕਦੇ ਨਾ ਪਾਉਂਦੇ ਜੀ ਮੁਗਧ ਨਰ ਸੰਤਾਂ ਨਾਲ ਕੰਦੇ। ਸੁਖ ਕਦੇ ਨਾ ਪਾਉਂਦੇ ਜੀ ਮੁਗਧ ਨਰ ਸੰਤਾਂ ਨਾਲ ਕੰਦੇ। ਸੰਤਾਂ ਨਾਲ ਕੰਦੇ ਮੁਗਧ ਨਰ, ਸੰਤਾਂ ਨਾਲ ਕੰਦੇ ਮੁਗਧ ਨਰ, ਸੰਤਾਂ ਨਾਲ ਕੰਦੇ ਮੁਗਧ ਨਰ, ਸੰਤਾਂ ਨਾਲ ਕੰਦੇ। ਸੰਤਾਂ ਨਾਲ ਕੰਦੇ ਮੁਗਧ ਨਰ, ਸੰਤਾਂ ਨਾਲ ਕੰਦੇ। ਕਦੇ ਨਾ ਪਾਉਂਦੇ ਜੀ ਮੁਗਧ ਨਰ ਸੰਤਾਂ ਨਾਲ ਕੰਦੇ।
ਕਦੇ ਨਾ ਪਾਉਂਦੇ ਜੀ ਮੁਕਤ ਨਰ ਸੰਤਾਂ ਨਾਲੋਂ ਗੰਦੇ। ਕਦੇ ਨਾ ਪਾਉਂਦੇ ਜੀ ਮੁਕਤ ਨਰ ਸੰਤਾਂ ਨਾਲੋਂ ਗੰਦੇ। ਦੁੱਖ ਕਦੇ ਨਾ ਪਾਉਂਦੇ ਜੀ ਕਦੇ ਨਾ ਪਾਉਂਦੇ ਜੀ ਮੁਕਤ ਨਰ ਸੰਤਾਂ ਨਾਲ ਕਹਿੰਦੇ। ਸੁਖ ਕਦੇ ਨਾ ਪਾਉਂਦੇ ਜੀ ਮੁਕਤ ਨਰ ਸੰਤਾਂ ਨਾਲ ਕਹਿੰਦੇ। ਸੁਖ ਨਾ ਪਾਏ ਮੁਕਤ ਨਰ ਸੰਤ ਨਾਲ ਖਾਂਦੇ। ਉਹ ਲੋਚਨ ਮੁਨਾ ਗੁਣਾ ਨੂੰ ਹੰਕਾਰ ਸਰਾਂਦੇ। ਦੋਨੋਂ ਗੁਰੂ ਕੇ ਖਾਲਸੇ ਬਸ ਫਿਰ ਬਾਹਰ ਆ ਕੇ ਘੋੜਿਆਂ ਤੇ ਸਵਾਰ ਹੋ ਗਏ ਤੇ ਉਸ ਬੀਕਾਨੇਰ ਦੇ ਧਰਤੀ ਨੂੰ, ਬੀਕਾਨੇਰ ਦੇ ਟਿੱਬਿਆਂ ਨੂੰ ਸਿੱਧੇ ਹੋ ਗਏ ਤੇ ਨਾਲ ਨਾਲ ਗੁਰੂ ਕੇ ਖਾਲਸੇ ਪੜ੍ਹਦੇ ਜਾਂਦੇ ਨੇ। ਸੱਚੇ ਪਾਤਸ਼ਾਹ ਇਹ ਸੇਵਾ ਲਈ ਹੈ ਤੇ ਸਾਥੋਂ ਅਸੀਂ ਕੁਝ ਨਹੀਂ ਕਰਨ ਜੋਗੇ। ਗੁਰੂ ਜੀ ਦੇ ਮਰਜੀ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸੇਵਾ ਕਰਵਾ ਲਵੇ। ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਗੀਤਾ। ਖਲ ਨਾਮ ਮੂਰਖ ਦਾ ਹੈ। ਕਹਿੰਦੇ ਮੂਰਖ ਨੂੰ ਵੀ ਪ੍ਰਮਾਤਮਾ ਚਤਰ ਬਣਾ ਦਿੰਦਾ ਹੈ। ਚਤਰ ਬਕੀਤਾ। ਵੱਡੇ ਵੱਡੇ ਭਗਤਾਂ ਦੇ ਮੂਹਰੇ ਬੈਠ ਕੇ ਵੀ ਉਹ ਜਿਹੜਾ ਮੂਰਖ ਬੰਦਾ ਹੈ ਨਾ, ਜਿਵੇਂ ਭਗਤ ਛੱਜੂ ਜੀ ਪਜੋਖਰਾ ਸਾਹਿਬ ਦੀ ਧਰਤੀ ਤੇ ਗੁਰੂ ਹਰਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਰਥ ਕਰਾ ਦਿੱਤੇ। ਜਿਹੜਾ ਗੂੰਗਾ ਸੀ, ਬੋਲਾ ਸੀ, ਕੁਛ ਨਹੀਂ ਸੀ ਸੁਣਦਾ ਵਿਚਾਰੇ ਨੂੰ, ਤੇ ਗੁਰੂ ਹਰਕ੍ਰਿਸ਼ਨ ਮਹਾਰਾਜ 8ਵੇਂ ਗੁਰੂ ਨਾਨਕ ਨੇ ਸਿਰ ਤੇ ਛੱਟੀ ਰੱਖ ਦਿੱਤੀ ਤੇ ਉਸ ਵਿਦਵਾਨਾਂ ਨੇ ਗੀਤਾ ਦੇ ਸ਼ਲੋਕ ਬੋਲੇ ਤੇ ਮਹਿਣੇ ਕਰਕੇ ਅਰਥ ਵਧੀਆ ਕਰਕੇ ਸੁਣਾ ਦਿੱਤੇ। ਹੈਰਾਨ ਹੋ ਗਏ। ਉਹ ਧੰਨ ਹੈ ਗੁਰੂ ਨਾਨਕ ਦੀ ਗੱਦੀ। ਜਿਹੋ ਜੇ ਸੁਣਦੇ ਸੀ ਸੱਚਮੁੱਚ ਉਹੇ ਜੀ ਹੋਈ ਹੈ ਤੇ ਧੰਨ ਗੁਰੂ ਜੀ ਕਿਰਪਾ ਕਰਦੇ ਨੇ। ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ। ਅੰਧਲੇ ਤੇਰੇ ਭਵਨ ਸੁਝਿਆ ਗੁਰ ਭੇਟ ਪਨੀਤਾ। ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਉਹ ਮਹਾਰਾਜ ਜੀ ਕਹਿਣ ਲੱਗੇ ਸੁਣੋ, ਸੁਣ ਲੋ ਮੇਰੇ ਮੀਤਾ ਮਹਿਮਾ ਸਤਿਗੁਰ ਦੀ। 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 ਹਾਂਜੀ ਸੁਣ ਲੋ ਮੇਰੇ ਮੀਤਾ ਮਹਿਮਾ ਸਤਿਗੁਰ ਦੀ। ਸੁਣ ਲੋ ਮੇਰੇ ਮੀਤਾ ਮਹਿਮਾ ਸੰਤਾਂ ਦੀ। ਸੁਣ ਲੋ ਮੇਰੇ ਮੀਤਾ ਮਹਿਮਾ ਸਤਿਗੁਰ ਗੱਜ ਕੇ ਦੀ। ਗੱਜ ਕੇ ਸੁਣ ਲੋ ਮੇਰੇ ਮੀਤਾ ਮਹਿਮਾ ਸਤਿਗੁਰ ਦੀ। ਸੁਣ ਲੋ ਮੇਰੇ ਮੀਤਾ ਮਹਿਮਾ ਸਤਿਗੁਰ ਦੀ। ਸੁਣ ਲੋ ਮੇਰੇ ਮੀਤਾ ਮਹਿਮਾ ਸਤਿਗੁਰ ਦੀ। ਹਾਂਜੀ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ। ਅੰਧਲੇ ਤੇ ਭਵਨ ਸੁਝਿਆ ਗੁਰ ਭੇਟ ਪੁਨੀਤਾ। ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਹਾਂਜੀ ਕਹਿੰਦੇ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਜੀਤਾ। ਤੇ ਅੱਜ ਧੰਨ ਫਿਰ ਗੁਰੂ ਕੇ ਖਾਲਸੇ ਆਪਣੀ ਸੇਵਾ ਕਰਕੇ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਕੇ ਸੱਚੇ ਪਾਤਸ਼ਾਹ ਤੈਂ ਸੇਵਾ ਲਈ ਹੈ, ਸਾਥੋਂ ਅਸੀਂ ਕਰੀ ਨਹੀਂ। ਗੁਰੂ ਜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸੇਵਾ ਲੈਂਦਾ, ਅੱਜ ਵੀ ਲੈਂਦਾ ਹੈ। ਪਰ ਮਹਾਰਾਜ ਜੀ ਕਹਿਣ ਲੱਗੇ ਜਿਹੜਾ ਨਾ ਇਹ ਮਨੁੱਖ ਤੁਮ ਕਰੋ ਭਲਾ ਹਮ ਭਲੋ ਨਾ ਜਾਣੈ। ਗੁਰੂ ਜੀ ਭਲਾ ਕਰਦੇ ਹਨ ਤੇ ਇਹ ਮੂਰਖ ਬੰਦਾ ਭਲਾ ਕਰਾਉਣਾ ਨਹੀਂ ਚਾਹੁੰਦਾ। ਤੁਮ ਕਰੋ ਭਲਾ ਹਮ ਭਲੋ ਨਾ ਜਾਣੈ। ਤੁਮ ਸਦਾ ਸਦਾ ਦਇਆਲਾ। ਤੁਮ ਸੁਖਦਾਈ ਪੁਰਖ ਵਧਾਤੇ। ਤੁਮ ਰਾਖੋ ਆਪਣੇ ਬਾਲਾ। ਤੁਮ ਨਿਧਾਨ ਅਟਲ ਸੁਲਤਾਨ ਜੀ ਜੰਤ ਸਭ ਜਾਚੈ। ਕਉ ਨਾਨਕ ਹਮ ਇਹ ਹਵਾਲੇ ਰਾਖ ਸੰਤਨ ਕੈ ਪਾਛੈ। ਪਰ ਜੀ ਕਹਦੇ ਗੁਰੂ ਦੇ ਚਰਨਾਂ ਵਿੱਚ ਕੇਵਲ ਤੇ ਕੇਵਲ ਇੱਕ ਅਰਦਾਸ ਬੇਨਤੀ ਮਨੁੱਖ ਕਰਦਾ ਰਵੇ ਤੇ ਅੱਜ ਦੋਨੋਂ ਗੁਰੂ ਕੇ ਖਾਲਸੇ ਫਿਰ ਬਸ ਉਹ ਘੋੜਿਆਂ ਉੱਤੇ ਬੈਠੇ ਬੀਕਾਨੇਰ ਦੀ ਧਰਤੀ ਨੂੰ ਸਵਾਰ ਹੋ ਗਏ। ਤੇ ਫਿਰ ਲਿਖਦੇ ਨੇ ਵਿਦਵਾਨ ਉਹ ਕੀ ਕਹਿੰਦੇ,
जी सिंह सूर में नजर न आए मसद लेंगे सिर बढ़ के सिंह सूर में नजर न लेंगे सिर बढ़ के सिंह सूर में नजर आए मसद लेंगे सिर बढ़ के सिंह सूर में नजर आए मसद लेंगे सिर बढ़ के सिंह सूर में नजर आए मसद लेंगे सिर बढ़ के सिंह सूर में नजर आए मसद लेंगे सिर बढ़ के मेरे प्यारे मसद लेंगे सिर बढ़ के बाबा बाबा मसद लेंगे सिर बढ़ के प्यारे जी मसद लेंगे सिर बढ़ के बाबा बाबा मसद लेंगे सिर बढ़ के मसद लेंगे सिर बढ़ के बाबा बाबा मसद लेंगे सिर बढ़ के सिंह सूर में नजर न आए मसद लेंगे सिर बढ़ के सूर में नजर न आए लेंगे सिर बढ़ के सूर में नजर न मसद लेंगे सिर बढ़ के सिंह सूर में नजर न आए मसद लेंगे सिर बढ़ के ਧੰਨ ਫਿਰ ਗੁਰੂ ਕੀ ਖਾਲਸੇ ਬੀਕਾਨੇਰ ਦੀ ਧਰਤੀ ਵਿੱਚ ਪਹੁੰਚੇ ਜਾ ਕੇ ਉੱਥੇ ਫਿਰ ਸਾਰੇ ਖਾਲਸਿਆਂ ਨੇ ਖੁਸ਼ੀ ਦੇ ਝੰਡੇ ਲਹਿਰਾਏ। ਅੱਜ ਸਾਡਾ ਹਰੀ ਦਾ ਮੰਦਰ ਜਿਹੜਾ ਆਜ਼ਾਦ ਹੋਇਆ ਹੈ, ਜਿੱਥੇ ਕਿਸੇ ਨਾਲ ਵੀ ਵਿਤਕਰਾ ਨਹੀਂ ਕੀਤਾ ਜਾਂਦਾ। 4 ਗੇਟ ਹਰਮੰਦਰ ਸਾਹਿਬ ਦੇ ਚਾਰੋਂ ਹਰ ਵਕਤ ਖੁੱਲੇ ਰਹਿੰਦੇ ਨੇ। ਮਹਾਰਾਜ ਜੀ ਕਹਿੰਦੇ ਖੱਤਰੀ ਬ੍ਰਾਹਮਣ ਸੂਦ ਬੈਸ ਉਪਦੇਸ਼ ਚੌ ਵਰਨਾ ਕੋ ਸਾਂਝਾ। ਸਾਰਿਆਂ ਵਾਸਤੇ ਚਾਰੇ ਗੇਟ ਖੁੱਲੇ ਨੇ। ਉਪਦੇਸ਼ ਸਾਰਿਆਂ ਵਾਸਤੇ ਸਾਂਝਾ, ਕੜਾ ਪ੍ਰਸ਼ਾਦੀ ਦੇਖ ਸਾਰਿਆਂ ਵਾਸਤੇ ਸਾਂਝੀ ਹੈ, ਗੁਰੂ ਕਾ ਲੰਗਰ ਸਾਰਿਆਂ ਵਾਸਤੇ ਸਾਂਝਾ ਹੈ। ਜੇ ਹਰੀ ਦਾ ਘਰ ਹਰੀ ਦਾ ਮੰਦਰ ਕਿਹਾ ਜਾ ਸਕਦਾ ਹੈ ਤਾਂ ਧੰਨ ਫਿਰ ਹਰਮੰਦਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਜੋ ਮਹਾਰਾਜ ਜੀ ਦੇ ਸਥਾਨ ਬਣਿਆ ਹੋਇਆ ਤੇ ਫਿਰ ਉਹਨੂੰ ਹਰੀ ਦਾ ਮੰਦਰ ਰੱਖਿਆ ਜਾ ਸਕਦਾ, ਜਿੱਥੇ ਕਿਸੇ ਨਾਲ ਵੀ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਹੈ। ਇਸ ਕਰਕੇ ਆਓ, ਸਤਿਗੁਰ ਨੇ ਬਖਸ਼ਿਸ਼ ਕੀਤੀ ਹੈ, ਕਿਰਪਾ ਕੀਤੀ ਹੈ। ਸ਼ਹੀਦਾਂ ਦੇ ਦਿਨ ਚੱਲ ਰਹੇ ਹਨ। ਪੰਜਾ ਸਾਹਿਬ ਦੇ ਮਹਾਨ ਪਵਿੱਤਰ ਸ਼ਹੀਦ 200 ਦਾ ਜਥਾ ਲੈ ਕੇ ਫਿਰ ਭਾਈ ਲਛਮਣ ਸਿੰਘ ਜੀ ਧਾਰੋਵਾਲ ਉਸ ਜਥੇ ਦੀ ਅਗਵਾਈ ਕਰਦੇ ਗਏ। ਉਸ ਨਰੈਣੂ ਮਹੰਤ ਦੇ ਚੇਲਿਆਂ ਨੇ ਫਿਰ 200 ਦਾ ਜਥਾ ਜਿਹੜਾ ਸੀ ਨਾ ਉਹ ਸ਼ਹੀਦ ਕਰ ਦਿੱਤਾ। ਭਾਈ ਲਛਮਣ ਸਿੰਘ ਜੀ ਧਾਰੋਵਾਲ ਨੂੰ ਫੜ ਕੇ ਜਿਉਂਦੇ ਨੂੰ ਬੰਨ ਕੇ ਜੰਡ ਦੇ ਨਾਲ ਪੁੱਠਾ ਕਰਕੇ ਬੰਨ ਦਿੱਤਾ, ਥੱਲੇ ਅੱਗ ਮਚਾ ਦਿੱਤੀ। ਜਿਹੜਾ ਅੱਜ ਅਰਦਾਸ ਦੇ ਵਿੱਚ ਯਾਦ ਕੀਤਾ ਨਾ ਵੀ ਜਿਉਂਦਿਆਂ ਨੂੰ ਬੰਨ ਕੇ ਜੰਡਾ ਨਾ ਸਾੜਿਆ ਗਿਆ, ਰੂਹ ਵਿੱਚ ਲਪੇਟ ਕੇ ਸਾੜਿਆ ਗਿਆ। ਭਾਈ ਲਛਮਣ ਸਿੰਘ ਦੀਆਂ ਲੱਤਾਂ ਤਾਂ ਨੂੰ ਬੰਨ ਕੇ ਥੱਲੇ ਅੱਗ ਮਚਾ ਕੇ ਭਾਈ ਲਛਮਣ ਸਿੰਘ ਧਾਰੋਵਾਲ ਨੂੰ ਜਿਉਂਦੇ ਨੂੰ ਫਿਰ ਸ਼ਹੀਦ ਕੀਤਾ ਗਿਆ। ਇਸ ਕਰਕੇ ਉਹਨਾਂ ਸ਼ਹੀਦਾਂ ਦੇ ਵੀ ਦਿਨ ਜਿਹੜੇ ਨੇ 21 ਫਰਵਰੀ ਤੋਂ ਸ਼ੁਰੂ ਹੋ ਜਾਂਦੇ ਨੇ, ਫਿਰ ਲਗਾਤਾਰ ਸ਼ਹੀਦੀ ਦਿਹਾੜੇ ਜਿਹੜੇ ਉਹ ਮਨਾਏ ਜਾਂਦੇ। ਅੱਜ ਸਾਡੀ ਕੌਮ ਇਕੱਠੀ ਹੋ ਕੇ ਹਰਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅੱਜ ਉਹਨਾਂ ਦਿਹਾੜਿਆਂ ਨੂੰ ਮਨਾ ਰਹੀ। ਇਸ ਕਰਕੇ ਆਓ, ਧੰਨਵਾਦ ਹੈ ਸਾਰੀਆਂ ਸੰਗਤਾਂ ਜਿਹੜੇ ਸਾਰੀ ਤਾਂ ਸਾਦੀ ਬਾਣੀ ਚ ਅਰਦਾਸ ਹੁਕਮਨਾਮਾ ਪ੍ਰਸ਼ਾਦ ਫਿਰ ਗੁਰਮੁਖ ਪਿਆਰਿਆਂ ਵੱਲੋਂ ਚਾਹ ਦੇ ਲੰਗਰ ਦੀ ਸੇਵਾ ਹਾਜ਼ਰ ਹੈ। ਸਰਬ ਸੰਗਤਾਂ ਨੇ ਅਰਦਾਸ ਬੇਨਤੀ ਕਰਦਿਆਂ ਪ੍ਰਸ਼ਾਦ ਰੂਪ ਦੇ ਵਿੱਚ ਚਾਹ ਦੀ ਲੰਗਰ ਦੀ ਜਿਹੜੀ ਸੇਵਾ ਛਕ ਕੇ ਜਾਣੀ ਹੈ। ਨਾਲ ਨਾਲ ਅਰਦਾਸ ਬੇਨਤੀ ਕਰਦਿਆ ਕਰੋ ਇਹ ਵੀ ਜ਼ਰੂਰ ਆਪਣੇ ਮਨਮਈ
ਹਿਰਦੇ ਦੇ ਵਿੱਚੋਂ ਜਲ ਪਾਣੀ ਛਕਦਿਆਂ ਸੱਚੇ ਪਾਤਸ਼ਾਹ ਜਿਨ੍ਹਾਂ ਪਰਿਵਾਰਾਂ ਨੇ ਚਾਹ ਤੇ ਲੰਗਰ ਦੀ ਸੇਵਾ ਦੇ ਵਿੱਚ ਯੋਗਦਾਨ ਪਾਇਆ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਕਰ ਦਿਓ। ਇੱਕ ਤੁਹਾਡੀ ਅਰਦਾਸ ਗੁਰੂ ਦੇ ਚਰਨਾਂ ਵਿੱਚ ਕੀਤੀ ਹੋਈ ਮਨਜ਼ੂਰ ਹੋ ਜਾਵੇ ਤੇ ਗੁਰੂ ਫਿਰ ਮਨੋਕਾਮਨਾ ਪੂਰੀ ਕਰ ਦਿੰਦਾ ਹੈ। ਰਾਮ ਕਲੀ ਮਹਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ ਜੀ ਆਨੰਦ ਪਿਆ ਮੇਰੀ ਮਾਏ। ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਪਾਇਆ ਸਹਿਜ ਸਿੱਧੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਪ੍ਰਿਆ ਸ਼ਬਦ ਗਾਵਣੇ ਆਈਆਂ। ਸਭ ਤੋਤਾ ਗਾਵ ਹਰੀ ਕੇਰਾ ਮਨ ਦਿਨੀ ਵਸਾਇਆ। ਕਹਿ ਨਾਨਕ ਆਨੰਦ ਆ ਸਤਿਗੁਰੂ ਮੈਂ ਪਾਇਆ। ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ। ਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗਲਾ ਸਮਰੱਥ ਸੁਆਮੀ ਸੋਖ ਮਨੋ ਵਿਸਾਰੇ। ਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਗਿਆਨਈ ਕਰਤੇ ਰਹਿ। ਕਰਤਾ ਤੇਰੇ ਰਬ ਜੈ ਜਿਸ ਤੋਂ ਪਾਵੇ। ਸਦਾ ਸਿਵਤ ਸਲਾਹ ਤੇਰੀ ਨਾਮ ਮਨ ਵਿਸਾਵੇ। ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸੱਚਾ। ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਈ ਵਸਿਆ। ਜਿਨ ਇੱਛਾ ਸਭ ਜਾਈਆਂ। ਗੁਰ ਵਿਟੋ ਜਿਨ ਆਏ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸੱਚਾ। ਨਾਮ ਮੇਰਾ ਆਧਾਰੋ ਬਾਜੇ ਪੰਜ ਸ਼ਬਦ ਜਿਸ ਘਰ ਭਾਗੈ। ਪਰਚ ਪਗੈ ਸ਼ਬਦ ਬਾਜੇ ਕਲਾ ਜਿਤ ਕਰਤਾਰੀ। ਪੰਜ ਦੂਧ ਵਸ ਕੀਤੇ ਕਾਲ ਕੰਟਕ ਮਾਰਿਆ। ਪਰਮ ਪਾਇਆ ਤੁਧ ਜਨ ਕੋ ਸੇ ਨਾਮ ਹਰ ਕਹਿ ਲਗੇ। ਕਹਿ ਨਾਨਕ ਤੈ ਸੁਖੋ ਆਸ ਕਰ ਅਨਾਦ ਬਾਜੇ। ਆਨੰਦ ਸਨੋ ਬੜ ਭਾਗੀ ਸਗਲ ਮਨੋਰਥ ਪੂਰੇ। ਮਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਦੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ। ਹੁਣ ਤੇ ਪ੍ਰੀਤ ਕਹਿੰਦੇ ਪ੍ਰਵੇਸ਼ ਸਤਿਗੁਰ ਨੇ ਆ ਭਰਪੂਰੇ। ਬਿਨ ਬੰਦ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ। ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ। ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।